ਵਾਇਸ ਆਫ ਇੰਡੀਆ ਤੋਂ ਆਪ ਸਾਰਿਆਂ ਦਾ ਜੀ ਹਾਰਦਿਕ ਸਵਾਗਤ ਹੈ। ਦੇਸ਼ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨਾਲ ਕੇਵਲ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਵਕੀਲ, ਡਾਕਟਰ, ਬੁੱਧੀਜੀਵੀ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਅੱਜ ਅਸੀਂ ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਗਰਾਊਂਡ ਜ਼ੀਰੋ ਵਿੱਚ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸਰਬਜੀਤ ਹੋਰਾਂ ਨਾਲ ਕਿਸਾਨੀ ਅੰਦੋਲਨ ਦੇ ਬਾਰੇ ਖੁੱਲ੍ਹੀਆਂ ਗੱਲਾਂ ਕਰਾਂਗੇ, ਕਿਉਂਕਿ ਡਾਕਟਰ ਸਰਬਜੀਤ ਸੰਘਰਸ਼ਾਂ ਦੇ ਵਿੱਚ ਸ਼ਾਮਲ ਨੇ। ਇਸ ਸ਼ਾਨਾ ਮੱਤੇ ਅੰਦੋਲਨ ਦੇ ਚਸ਼ਮਦੀਦ ਨੇ। ਸਾਡੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਸਾਡਾ ਸੱਦਾ ਪ੍ਰਵਾਨ ਕੀਤਾ ਹੈ। ਆਓ ਉਹਨਾਂ ਨਾਲ ਸੰਘਰਸ਼ ਬਾਰੇ ਖੁੱਲ੍ਹੀ ਗੱਲਬਾਤ ਕਰੀਏ। ਡਾਕਟਰ ਸਰਬਜੀਤ ਸਿੰਘ ਜੀ, ਵਾਇਸ ਆਫ ਇੰਡੀਆ ਦੇ ਪ੍ਰੋਗਰਾਮ ਗਰਾਊਂਡ ਜ਼ੀਰੋ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਐਮਪੀ ਸਿੰਘ ਜੀ। ਡਾਕਟਰ ਸਰਬਜੀਤ ਜੀ, ਤੁਸੀਂ ਪਿਛਲੇ ਲੰਮੇ ਸਮੇਂ ਤੋਂ, ਜਦੋਂ ਤੋਂ ਲਗਭਗ ਇਹ ਸੰਘਰਸ਼ ਸ਼ੁਰੂ ਹੋਇਆ, ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ, ਤਦ ਤੋਂ ਤੁਸੀਂ ਇਹਨਾਂ ਦੇ ਨਾਲ ਹੋ। ਸੰਘਰਸ਼ ਦੀ ਮੁੱਢਲੀ ਰੂਪ ਰੇਖਾ ਜਿਹੜੀ ਸੀ ਉਹ ਤਾਂ ਸਿਰਫ ਲੱਗਦਾ ਸੀ ਕਿ ਪੰਜਾਬ ਦੇ ਕਿਸਾਨ ਇਹਦਾ ਕਿਸੇ ਵੀ ਤਰੀਕੇ ਨਾਲ ਵਿਰੋਧ ਕਰ ਰਹੇ ਆ, ਪਰ ਹੌਲੀ ਹੌਲੀ ਇਹ ਦੇਸ਼ ਵਿਆਪੀ ਅੰਦੋਲਨ ਬਣ ਗਿਆ। ਤੁਸੀਂ ਇਹਦੇ ਬਾਰੇ ਕੀ ਟਿੱਪਣੀ ਦਿੰਦੇ ਹੋ ਕਿ ਇਹ ਅੰਦੋਲਨ ਦਾ ਦੇਸ਼ ਵਿਆਪੀ ਅੰਦੋਲਨ ਬਣ ਜਾਣ ਦੇ ਪਿੱਛੇ ਕੀ ਕਾਰਨ ਹੈ? ਉਹਦੇ ਚ ਮੇਰੀ ਆਵਾਜ਼ ਸਾਫ਼ ਆ ਰਹੀ ਹੈ? ਹਾਂਜੀ, ਬਿਲਕੁਲ ਸਾਫ਼ ਆ ਰਹੀ ਜੀ, ਆ ਰਹੀ ਹੈ। ਹਾਂਜੀ, ਮੈਂ ਉਹਦੇ ਚ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ, ਇਸ ਅੰਦੋਲਨ ਨੂੰ ਇੱਕ ਤਾਂ ਇਹ ਨਾ ਸਮਝਿਆ ਜਾਵੇ ਕਿਸਾਨੀ ਦਾ ਅੰਦੋਲਨ। ਠੀਕ ਹੈ ਜੀ। ਇਸ ਕਰਕੇ ਨਾ ਸਮਝਿਆ ਜਾਵੇ ਕਿਉਂਕਿ ਜੇ ਮੈਂ ਸਿਰਫ ਹਿੰਦੁਸਤਾਨ ਦੀ ਗੱਲ ਕਰਾਂ ਇੱਕ ਉਹਦੀ ਅਲੱਗ ਗੱਲ ਬਣਦੀ ਹੈ, ਇੱਕ ਮੈਂ ਜੇ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਾਂ ਤਾਂ ਉਹਦੀ ਅਲੱਗ ਬਣਦੀ ਆ। ਠੀਕ ਹੈ। ਹਿੰਦੁਸਤਾਨੀ ਲੈਵਲ ਤੇ ਹੀ ਗੱਲ ਇਹ ਕਰਨੀ ਚਾਹੁੰਦਾ। ਹਾਂਜੀ, ਇਸ ਅੰਦੋਲਨ ਤੋਂ ਪਹਿਲਾਂ ਕਿਉਂਕਿ ਹਿੰਦੁਸਤਾਨ ਦੇ ਵਿੱਚ ਮਨਮੋਹਨ ਸਿੰਘ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਦਲਣ ਤੋਂ ਬਾਅਦ 5 ਸਾਲ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਚੱਲੀ ਤੇ 5 ਸਾਲ ਤੋਂ ਬਾਅਦ ਦੁਬਾਰਾ ਜਦੋਂ ਸਰਕਾਰ ਬਣੀ ਉਹਨਾਂ ਨੇ ਆਪਣੇ ਜਿਹੜੇ ਰਾਜਨੀਤਿਕ ਏਜੰਡੇ ਸੀ ਉਹਨਾਂ ਦੇ ਤਹਿਤ ਕਾਨੂੰਨ ਲਿਆਂਦੇ। ਉਹ ਕਾਨੂੰਨ ਲਿਆਂਦੇ ਤੇ ਉਹਨਾਂ ਕਾਨੂੰਨਾਂ ਨੂੰ ਜੋ ਦੇਸ਼ ਵਿਆਪੀ ਇੱਕ ਬਿਮਾਰੀ ਵਾਪਰੀ ਕਰੋਨਾ ਦੇ ਨਾਂ ਹੇਠ, ਤਾਂ ਉਹ ਕੁਝ ਕੁ ਕਾਨੂੰਨ ਉਹਦੇ ਨਾਂ ਹੇਠ ਦਬਾ ਕੇ, ਚਾਹੇ NCR ਹੋਵੇ, ਚਾਹੇ NSE ਹੋਵੇ, ਤੇ ਚਾਹੇ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਨੂੰ ਬੰਦ ਕਰਕੇ 370 ਨੂੰ ਤੋੜ ਦੇਣ ਦਾ ਹੋਵੇ, ਤਾਂ ਉਹਨਾਂ ਨੂੰ ਲੱਗਿਆ ਵੀ ਜੋ ਕੁਝ ਵੀ ਮਰਜ਼ੀ ਕਰੀ ਜਾਈਏ ਸਾਰਾ ਕੁਝ ਠੀਕ ਹੋ ਜਾਏਗਾ। ਠੀਕ ਹੈ ਜੀ। ਤੇ ਉਹਦੇ ਵਿੱਚ ਜਦੋਂ ਕਿਸਾਨੀ ਵਾਲੇ ਕਾਨੂੰਨ ਲਿਆਂਦੇ ਤੇ ਕਿਸਾਨੀ ਵਾਲੇ ਕਾਨੂੰਨ ਬੁਨਿਆਦੀ ਤੌਰ ਤੇ ਕਾਰਪੋਰੇਟ ਵਰਲਡ ਦੇ ਕਾਨੂੰਨ ਨੇ ਕਿਸਾਨਾਂ ਦੇ ਹੱਕ ਚ ਨਹੀਂ ਸਨ। ਬਿਲਕੁਲ ਠੀਕ ਹੈ ਜੀ। ਤੇ ਉਹ ਇੱਕ ਤਾਂ ਇਹ ਸੀਗਾ ਕਿ ਪਿਛਲੇ ਸਾਲਾਂ ਦਾ ਜਿਹੜਾ ਰੋਹ ਤੇ ਵਿਦਰੋਹ ਲੋਕਾਂ ਚ ਭਰਿਆ ਹੋਇਆ ਸੀ ਕਿਸਾਨੀ ਦੇ ਕਾਨੂੰਨਾਂ ਨੇ, ਉਹਨਾਂ ਰੋਹ ਤੇ ਵਿਦਰੋਹਾਂ ਨੂੰ ਇੱਕ ਚਿੰਨ੍ਹ ਲਾ ਦਿੱਤੀ, ਸੀਖ ਲਾ ਦਿੱਤੀ ਤੇ ਪੰਜਾਬ ਦੇ ਕਿਸਾਨ ਉੱਠ ਖੜੇ ਹੋਏ। ਠੀਕ ਹੈ ਜੀ। ਮੈਂ ਜੇ ਤੁਹਾਡੀ ਗੱਲ ਹੀ ਕੱਟ ਰਿਹਾ ਤਾਂ ਜੇ ਤੁਹਾਡਾ ਸਵਾਲ ਤਾਂ ਮੈਂ ਬਾਅਦ ਸੁਣੂਗਾ, ਮੈਂ ਇਹ ਗੱਲ ਪੂਰੀ ਕੰਪਲੀਟ ਕਰ ਲਾਂ ਦੋਸਤਾਂ ਨਾਲ। ਠੀਕ ਹੈ ਜੀ। ਪੰਜਾਬ ਦੇ ਲੋਕਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇੱਕ ਪਾਸੇ ਕਰੋਨਾ ਕਰਕੇ, ਲਾਕਡਾਊਨ ਕਰਕੇ, ਹਰ ਤਰ੍ਹਾਂ ਦੀ ਬੰਦਾਬੰਦੀ ਕਰਕੇ ਕਰ ਦਿੱਤਾ ਇਹ। ਪਰ ਕਿਸਾਨ, ਪੰਜਾਬ ਦੇ ਕਿਸਾਨ ਜਿਹੜੇ 1 ਮਹੀਨੇ ਤੋਂ ਹੁਣ ਦਿੱਲੀ ਬੈਠੇ, 3 ਮਹੀਨੇ ਪਹਿਲਾਂ ਪੰਜਾਬ ਚ ਵੀ ਬੈਠੇ। ਬਿਲਕੁਲ ਜੀ। ਤੇ ਉਹ 3 ਮਹੀਨੇ ਜਿਹੜੇ ਪਿੱਛੇ ਰਹੇ ਤੇ ਉਹਨਾਂ ਨੇ ਆਪਣਾ ਵਿਦਰੋਹ, ਆਪਣੀ ਰਜਿਸਟੈਂਸ, ਆਪਣੀ ਵਿਚਾਰ, ਆਪਣੀਆਂ ਮੰਗਾਂ, ਆਪਣਾ ਵਿਰੋਧ ਦਰਜ ਕਰਵਾਇਆ। ਪਰ ਸਰਕਾਰ ਨੇ ਕਿਹਾ ਵੀ ਪੰਜਾਬ ਚ ਬੈਠੇ ਤੇ ਪੰਜਾਬ ਚ ਕਾਂਗਰਸ ਦੀ ਸਰਕਾਰ, ਸਟੇਟ ਤੇ ਸੈਂਟਰ ਚ BJP ਦੀ, ਉਹਨੂੰ ਲੱਗਾ ਵੀ ਇਹ ਆਪਾਂ ਨੂੰ ਕੋਈ ਤਕਲੀਫ ਨਹੀਂ ਦੇ ਰਹੇ। ਠੀਕ ਹੈ ਜੀ। ਲੇਕਿਨ ਉਹ 3 ਮਹੀਨਿਆਂ ਚ ਲਗਾਤਾਰ ਜਿਹੜੀ ਮੂਵਮੈਂਟ ਖੜੀ ਹੋਈ, ਉਸ ਮੂਵਮੈਂਟ ਦਾ ਐਕਸਟ੍ਰੀਮ ਜਦੋਂ ਦਿੱਲੀ ਵੱਲ ਨੂੰ ਚੱਲਿਆ ਤਾਂ ਦਿੱਲੀ ਵੱਲ ਤੱਕ ਚੱਲਦਿਆਂ ਉਹ ਹੋਰ ਵੀ ਸੰਗਠਿਤ ਹੋਏ ਤੇ
ਸਾਰਾ ਕੁਝ ਹੋਇਆ। ਅਸਲ ਦੇ ਵਿੱਚ ਐਮਪੀ ਸਿੰਘ ਜੀ, ਮੈਂ ਇਹ ਦੋਸਤਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਹਾਂਜੀ, ਇਹ ਠੀਕ ਆ ਕਿ ਕਿਸਾਨੀ ਦੇ ਮੁੱਦੇ ਆ, ਇਹ ਨੋ ਡਾਊਟ, ਇਹਦੇ ਬਾਰੇ ਕੋਈ ਦੋ ਰਾਵਾਂ, ਪਰ ਇਹ ਸਾਰਾ ਰੋਹ ਤੇ ਵਿਦਰੋਹ ਸਿਰਫ ਕਿਸਾਨੀ ਕਰਕੇ ਨਹੀਂ, ਇਹਦੇ ਚ ਬੇਰੁਜ਼ਗਾਰ ਸਾਡੇ ਪੰਜਾਬ ਦੇ ਨੌਜਵਾਨ, ਇਹਦੇ ਚ ਪੰਜਾਬ ਦੇ ਮਜ਼ਦੂਰ, ਇਹਦੇ ਚ ਪੰਜਾਬ ਦੇ ਸਨਅਤੀ ਮਜ਼ਦੂਰ, ਇਹਦੇ ਚ ਹਰ ਪੰਜਾਬ ਦਾ ਉਹ ਬੰਦਾ ਸ਼ਾਮਲ ਆ ਜਿਸ ਬੰਦੇ ਦਾ ਕਿਸਾਨੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ, ਉਹ ਵੀ ਇਹਦੇ ਵਿੱਚ ਸ਼ਾਮਲ ਆ। ਵੈਰੀ ਗੁੱਡ, ਬਹੁਤ ਖੂਬ ਜੀ, ਬਹੁਤ ਵਧੀਆ, ਬੜੀ ਵਧੀਆ ਗੱਲ ਹੈ। ਹਾਂਜੀ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਬਰੂਹਾਂ ਤੋਂ ਉੱਠ ਕੇ ਕਿਸਾਨ ਦਿੱਲੀ ਦੇ ਬਰੂਹਾਂ ਤੇ ਜਾ ਬੈਠੇ ਆ, ਔਰ ਅੱਜ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨ ਜਿਹੜੇ ਆ, ਕਿਸਾਨਾਂ ਦੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਅੰਦੋਲਨ ਵਿੱਚ ਕੁੱਦੀਆਂ ਹੋਈਆਂ, ਔਰ ਉਹਨਾਂ ਦੀ ਇੱਕੋ ਇੱਕ ਵੱਡੀ ਡਿਮਾਂਡ ਹੈ ਕਿ ਜਿਹੜੇ 3 ਕਾਨੂੰਨ ਬਣਾਏ ਗਏ ਆ ਕਿਸਾਨੀ ਦੇ ਸੁਧਾਰ ਕਾਨੂੰਨਾਂ ਦੇ ਤਹਿਤ ਨਾਂ ਹੇਠ, ਇਹਨਾਂ ਨੂੰ ਮੁੱਢੋਂ ਰੱਦ ਕੀਤਾ ਜਾਵੇ। ਠੀਕ ਹੈ ਜੀ। ਪਰ ਸਰਕਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕਿਸੇ ਨਾ ਕਿਸੇ ਸੋਧ ਦੀ ਗੱਲ ਕਰਕੇ ਮੀਟਿੰਗਾਂ ਵਿੱਚ ਸਮਾਂ ਬਰਬਾਦ ਕਰ ਰਹੀ ਹੈ। ਕਿਸਾਨ ਅੱਜ ਵੀ ਕਹਿੰਦੇ ਆ ਕਿ ਸਮਾਂ ਬਰਬਾਦ ਕਰਨ ਦੀ ਬਜਾਏ ਤੁਸੀਂ ਹਾਂ ਜਾਂ ਨਾ 'ਚ ਜਵਾਬ ਦੇਵੋ ਕਿ ਕਾਨੂੰਨ ਰੱਦ ਕਰਤੇ ਜਾਣੇ ਆ ਕਿ ਨਹੀਂ ਕੀਤੇ ਜਾਣੇ। ਤੁਸੀਂ ਇੱਕ ਬਤੌਰ ਬੁੱਧੀਜੀਵੀ ਕੀ ਵਿਚਾਰ ਰੱਖਦੇ ਹੋ ਇਸ ਕਿਸਾਨਾਂ ਦੇ ਸਟੈਂਡ ਬਾਰੇ? ਐਮਪੀ ਸਿੰਘ ਜੀ, ਇੱਕ ਗੱਲ ਤਾਂ ਇਹ ਕਹਿੰਦੇ ਕਿ ਹਮੇਸ਼ਾ ਸਰਕਾਰਾਂ ਕਿਸੇ ਵੀ ਅੰਦੋਲਨ ਨੂੰ ਲੰਮਾ ਪਾ ਕੇ ਖਤਮ ਕਰਨਾ ਚਾਹੁੰਦੀਆਂ ਹੁੰਦੀਆਂ। ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਅੰਦੋਲਨ ਲੰਮਾ ਹੋ ਜਾਂਦਾ ਤਾਂ ਅੰਦੋਲਨ ਦੇ ਵਿੱਚ ਸੰਕਟ ਪੈਦਾ ਹੋ ਜਾਂਦੇ ਆ। ਹਾਂਜੀ, ਉਹ ਸੰਕਟ ਪੈਦਾ ਹੁੰਦੇ ਆ ਕਿ ਜਿਹੜੇ ਬੰਦੇ ਅੰਦੋਲਨ ਕਰਨੇ ਆ ਉਹਨਾਂ ਨੂੰ ਖਾਣ ਪੀਣ ਦਾ ਕੋਈ ਪ੍ਰਬੰਧ, ਉਹਨਾਂ ਦੀ ਕੋਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ, ਇਸ ਗੱਲ ਨੂੰ ਸਵੀਕਾਰ ਕਰ, ਦੁਨੀਆ ਸਵੀਕਾਰ ਕਰ ਰਹੀ ਹੈ ਔਰ ਕਰਨਾ ਚਾਹੀਦਾ। ਇਹ ਕਿਸਾਨਾਂ ਨੂੰ ਜੇ ਰੋਕਣਾ ਸੀ ਤਾਂ ਰੇਲਾਂ ਬੰਦ ਕਰ ਸਕਦੀ ਸੀ ਸਰਕਾਰ, ਬੱਸਾਂ ਬੰਦ ਕਰ ਸਕਦੀ ਸੀ। ਕਿਸਾਨ ਟਰਾਲੀਆਂ ਲੈ ਕੇ ਆ ਗਏ, ਉਹਨਾਂ ਨੇ ਟਰਾਂਸਪੋਰਟੇਸ਼ਨ ਦਾ ਆਪਣਾ ਪ੍ਰਬੰਧ ਕਰ ਲਿਆ। ਦੂਜਾ ਇਹ ਹੁੰਦਾ ਕਿ ਅੰਦੋਲਨ ਨੂੰ ਖਤਮ ਕਰਨ ਲਈ ਰੋਜ਼ੀ ਰੋਟੀ ਤੇ ਖਾਣ ਪੀਣ ਦਾ ਹੁੰਦਾ, ਉਹ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਤੇ ਅਜੇ ਉਹਨਾਂ ਨੇ ਰਾਸ਼ਨ ਨਹੀਂ ਦਿੱਤਾ। ਲੋਕਾਂ ਨੇ ਇਹਨਾਂ ਰਾਸ਼ਨ ਤੇ ਦੂਜੀਆਂ ਚੀਜ਼ਾਂ ਦੇ ਦਿੱਤੀਆਂ, ਚਾਹੇ ਹਿੰਦੁਸਤਾਨ ਚਾਹੇ ਹਿੰਦੁਸਤਾਨ ਤੋਂ ਬਾਹਰ। ਫਿਰ ਲੋਕਾਂ ਨਾਲ ਤੁਸੀਂ ਹਿੰਦੁਸਤਾਨ ਚ ਰਹੇ ਹੋ, ਇਹਨਾਂ ਦਿਨਾਂ ਦੀ ਸਰਦੀ ਦੇਖੀ ਹੈ ਕਿ ਕੜਾਕੇ ਦੀ ਸਰਦੀ ਹੁੰਦੀ ਹੈ, ਦਸੰਬਰ ਜਨਵਰੀ, ਬਹੁਤ ਠੰਡ ਹੁੰਦੀ ਸੀ। ਨਾਲ ਜੁੜੇ ਹੋਏ ਆ, ਸ੍ਰੀ ਸਿੱਖ ਨਾਲ ਧਰਮ ਨਾਲ ਜੁੜੇ ਹੋਏ ਆ ਤੇ ਗੁਰੂ ਗੋਬਿੰਦ ਸਿੰਘ ਦੇ ਡੇਰਿਆਂ ਦੀ ਸ਼ਹੀਦੀ ਹੈਗੀ ਦਿਨਾਂ ਤੇ ਅਸੀਂ ਉਸ ਦੌਰ ਦੇ ਵਿੱਚੋਂ ਨਿਕਲ ਰਹੇ ਆ ਜਦੋਂ ਪੋਹ ਮਾਘ ਦੀ ਗਰਮੀ ਹੁੰਦੀ ਆ। ਉਹ ਪ੍ਰਬੰਧ ਕਰਕੇ ਵੀ ਗਏ ਤੇ ਸਾਰਾ ਕੁਝ ਕਰਕੇ ਗਏ। ਇਸ ਕਰਕੇ ਉਹ ਅੰਦੋਲਨ ਵਾਲੀ ਗੱਲ ਨੂੰ ਤਾਂ ਸਰਕਾਰ ਲੰਮਾ ਪਾ ਕੇ ਖਤਮ ਕਰਨ ਤੋਂ ਅਸਮਰਥ ਹੈ, ਫੇਲ ਹੋ ਗਈ ਆ, ਪੂਰੀ ਤਰ੍ਹਾਂ ਸਫਲ ਹੋ ਗਈ ਆ। ਤੀਜੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਇਹ ਨੀਤੀਆਂ ਦੀ, ਨੀਤੀਆਂ ਦੇ ਵਿੱਚ ਤੁਹਾਡੇ ਕੋਲ ਵੀ ਸਾਰੀਆਂ ਰਿਪੋਰਟਾਂ ਆਉਣੀਆਂ, ਜਿਹੜੇ ਦੋਸਤ ਸੁਣਦੇ ਆ ਹੋ ਸਕਦਾ ਸਾਡੇ ਨਾਲੋਂ ਵੀ ਵੱਧ ਰਿਪੋਰਟ ਹੋਵੇ। ਇਹ ਅਮਿਤ ਸ਼ਾਹ ਜਿਹੜਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ, ਉਹ ਕਹਿੰਦਾ ਜੀ ਇਹ ਬਿਲਡਿੰਗ ਖੜੀ ਹੈ, ਇਹਦੇ ਤੋਂ ਸਾਰਾ ਸਮਾਨ ਕੱਢ ਲਓ, ਕਾਨੂੰਨ ਵਾਪਸ ਨਹੀਂ ਲੈ ਸਕਦੇ, ਜੋ ਕਹੋ ਅਸੀਂ ਕਰਨ ਨੂੰ ਤਿਆਰ ਹਾਂ। ਉਹਦਾ ਮਤਲਬ ਇਹ ਸੀ ਕਿ ਕਾਨੂੰਨਾਂ ਦੇ ਵਿੱਚ ਬੁਨਿਆਦੀ ਤੌਰ ਦੇ ਉੱਤੇ MSP ਦਾ ਜ਼ਿਕਰ ਸੀ, ਬਿਜਲੀ ਦਾ ਜ਼ਿਕਰ ਸੀ ਤੇ ਦੂਜੀਆਂ ਚੀਜ਼ਾਂ ਦਾ ਜ਼ਿਕਰ ਸੀ। ਉਹ ਕਹਿੰਦੇ ਜੀ ਮੰਨਣ ਨੂੰ ਤਿਆਰ ਆ। ਉਹਨਾਂ ਨੇ ਮੰਨਣ ਨੂੰ ਤਿਆਰ ਹੋ ਗਏ। ਕਿਸਾਨ ਇਸ ਗੱਲ ਦੇ ਉੱਤੇ ਆ ਗਏ ਕਿ ਇਹ ਬਿਲਕੁਲ ਹੀ ਵਾਪਸ ਹੋਇਆ। ਮੈਂ ਇੱਥੇ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੀ ਬਹੁਤ ਪ੍ਰੈਸ਼ਰ ਆ, ਇਸ ਕਰਕੇ ਇਹ ਅੰਦੋਲਨ ਤਾਂ ਜ਼ਰੂਰ ਕਿਸਾਨੀ ਦੇ ਮੁੱਦਿਆਂ ਤੇ ਹੋਇਆ, ਪਰ ਇਹ ਅੰਦੋਲਨ ਦੇ ਪਿੱਛੇ ਬੇਰੁਜ਼ਗਾਰ, ਭੁੱਖਮਰੀ, ਇੰਨੀਆਂ ਚੀਜ਼ਾਂ ਨੇ। ਇਨਕਾਰ ਕਰਨਾ। ਠੀਕ ਹੈ, ਤੁਸੀਂ ਡਾਕਟਰ ਤੁਸੀਂ ਡਾਕਟਰ ਸਰਬਜੀਤ ਜੀ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਹੋ
ਤੇ ਜੁੜੇ ਹੋਣ ਦਾ ਮਤਲਬ ਦੋਹਰਾ ਵੀ ਨਿਕਲ ਸਕਦਾ ਕਿ ਤੁਸੀਂ ਬਾਕਾਇਦਗੀ ਨਾਲ ਇਹਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੈ ਜਾਂ ਖੁਦ ਵੀ ਤੁਸੀਂ ਸ਼ਮੂਲੀਅਤ ਕੀਤੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਂਟੀਸਨ ਜੀ ਤੇ ਆਪਣੇ ਦੋਸਤਾਂ ਨੂੰ ਜਿਹੜੇ ਪ੍ਰੋਗਰਾਮ ਦੇਖ ਕੇ ਸੁਣ ਰਹੇ ਆ, ਹਾਂਜੀ, ਕਿ ਮੈਂ ਪੰਜਾਬ ਦੇ ਵਿੱਚ ਅੱਜ ਤੋਂ 3 ਮਹੀਨੇ ਪਹਿਲਾਂ ਇਹ ਅੰਦੋਲਨ ਚੱਲਿਆ ਤੇ ਲਗਭਗ ਕੋਈ ਵੀ ਐਸਾ ਥਾਂ ਨਹੀਂ ਹੋ ਗਿਆ ਜਿਸ ਥਾਂ ਦੇ ਉੱਤੇ ਮੈਂ ਜਾ ਕੇ ਕਿਸਾਨਾਂ ਦੇ ਵਿੱਚ ਬੈਠਿਆ ਨਹੀਂ ਤੇ ਮੈਂ ਜਾ ਕੇ ਬੋਲਿਆ ਨਹੀਂ। ਵੈਰੀ ਗੁੱਡ, ਬਹੁਤ ਖੂਬ। ਮੈਂ ਹਰ ਥਾਂ ਉੱਤੇ ਜਾਣ ਦਾ ਯਤਨ ਕੀਤਾ, ਹਰ ਥਾਂ ਤੇ ਗਿਆ ਮੈਂ। ਠੀਕ ਹੈ ਜੀ, ਠੀਕ ਹੈ ਜੀ। ਮੈਂ ਤਾਂ ਅਡਾਨੀ ਦੇ ਡਗਰੂ ਹਾਊਸ ਦੇ ਉੱਤੇ ਵੀ ਗਿਆ ਜਿੱਥੇ ਠੀਕ ਹੈ ਜੀ। ਜਦੋਂ ਅਸੀਂ ਉੱਥੇ ਜਾ ਕੇ ਬੋਲੇ ਆ, ਅਸੀਂ ਹਰ ਥਾਂ ਤੇ ਜਾ ਕੇ ਬੋਲਦੇ ਰਹੇ। ਅਸੀਂ 1 ਲੱਖ ਤੋਂ ਵੱਧ ਪਰਚਾ ਲੇਖਕਾਂ ਵੱਲੋਂ ਛਾਪ ਕੇ ਆਪ ਵੰਡਿਆ ਤੇ 10 ਲੱਖ ਪਰਚੇ ਅਸੀਂ ਤੇ ਕਿਸਾਨਾਂ ਲਈ ਵੰਡੇ ਜਾ ਕੇ, ਤੇ ਪੰਜਾਬ ਦੇ ਸਾਰੇ ਲੇਖਕ ਹਰ ਥਾਂ ਤੇ ਗਏ ਤੇ ਜਿੱਥੇ ਅਸੀਂ ਆਪ ਗਏ। ਵੈਰੀ ਗੁੱਡ, ਬਹੁਤ ਖੂਬ। ਅਸੀਂ ਜਦੋਂ ਸ਼ੰਭੂ ਬਾਰਡਰ ਕ੍ਰਾਸ ਕੀਤਾ ਤੇ ਪਾਣੀ ਦੀਆਂ ਬਸ਼ਾਰਾਂ ਚੱਲੀਆਂ ਸੀ। ਤੁਸੀਂ ਉਸ ਵੇਲੇ ਨਾਲ ਸੀ? ਅਸੀਂ ਲਗਾਤਾਰ ਗਏ ਜੀ। ਅਸੀਂ 3 ਲੱਖ ਤੋਂ ਵੱਧ ਰੁਪਇਆ ਇਕੱਠਾ ਕਰਕੇ ਕਿਸਾਨ ਅੰਦੋਲਨ ਚ ਲੇਖਕਾਂ ਨੇ ਅਸੀਂ ਦਿੱਤਾ। ਠੀਕ ਹੈ ਜੀ। ਔਰ ਅਸੀਂ ਅੱਜ ਹੀ ਚੰਡੀਗੜ੍ਹ ਦੇ ਵਿੱਚ ਲੇਖਕਾਂ ਵੱਲੋਂ ਧੋਖਾ ਹੜਤਾਲ ਰੱਖੀ ਕਿਸਾਨੀ ਦੇ ਹੱਕ ਦੇ ਵਿੱਚ, ਔਰ ਉਹਦੇ ਚ ਅਸੀਂ ਮਤਾ ਪਾਸ ਕੀਤਾ ਵੀ ਲੋਕ 31 ਜਨਵਰੀ ਦੀ ਰਾਤ ਨੂੰ ਨਵਾਂ ਸਾਲ ਮਨਾਉਣਗੇ। ਅਸੀਂ 31 ਜਨਵਰੀ ਨੂੰ ਇੱਥੋਂ 100 ਲੇਖਕ ਸਿੰਘੂ ਬਾਰਡਰ ਤੇ ਤੀਜੀ ਵਾਰ ਦੁਬਾਰਾ ਲੈ ਕੇ ਜਾਵਾਂਗੇ। ਅਸੀਂ ਦੱਸਾਂਗੇ ਵੀ ਅਸੀਂ ਨਵਾਂ ਸਾਲ ਨਹੀਂ ਮਨਾ ਰਹੇ, ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਖੜੇ ਹਾਂ। ਅਸੀਂ 31 ਤੋਂ 2 ਤਰੀਕ ਤੱਕ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਹਰ ਥਾਂ ਉੱਤੇ ਜਾਵਾਂਗੇ ਜਿੱਥੇ ਕਿਸਾਨ ਬੈਠੇ। ਬਿਲਕੁਲ ਠੀਕ ਹੈ ਜੀ। ਇਹ ਜੀ ਜਿਹੜੀਆਂ ਕਿਸਾਨ ਜਥੇਬੰਦੀਆਂ, ਇਹਨਾਂ ਦੇ ਬਾਰੇ ਲੋਕਾਂ ਨੂੰ ਭੁਲੇਖਾ ਹੁੰਦਾ ਸੀ, ਰਾਜ ਕਰਦੀਆਂ ਪਾਰਟੀਆਂ ਨੂੰ ਜਾਂ ਸਰਕਾਰ ਨੂੰ ਭੁਲੇਖਾ ਸੀਗਾ ਕਿ ਇਹ ਜਿਹੜੇ ਅਨਪੜ੍ਹ ਜਿਹੇ ਲੋਕ ਹੈਗੇ ਆ, ਮਿੱਟੀ ਨਾਲ ਮਿੱਟੀ ਹੋਣ ਵਾਲੇ, ਬਿਨਾਂ ਸ਼ੱਕ ਇਹਨਾਂ ਨੂੰ ਕਾਨੂੰਨਾਂ ਦੀ ਡੂੰਘਾਈ ਬਾਰੇ ਨਹੀਂ ਪਤਾ, ਕਾਨੂੰਨਾਂ ਦੀ ਅਸਲੀਅਤ ਦੀ ਜਾਣਕਾਰੀ ਨਹੀਂ ਹੈ। ਪਰ ਕਿਸਾਨ ਜਥੇਬੰਦੀਆਂ ਦੇ ਆਗੂ ਜਿਸ ਤਰੀਕੇ ਦੇ ਨਾਲ ਸਰਕਾਰੀ ਕਾਰਕੁਨਾਂ ਦੇ, ਮੰਤਰੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਆ ਔਰ ਉਹਨਾਂ ਦੀ ਭਾਸ਼ਾ ਵਿੱਚ ਹੀ ਦੇ ਰਹੇ ਆ, ਇਹਦੇ ਤੇ ਤੁਸੀਂ ਕੀ ਸਮਝਦੇ ਹੋ ਕਿ ਆਮ ਕਿਸਾਨ ਨੂੰ ਜਾਂ ਆਮ ਭਾਰਤੀ ਜਨਤਾ ਨੂੰ ਕਿੰਨਾ ਕੁ ਵਿਸ਼ਵਾਸ ਵੱਜਾ ਕਿ ਉਹਨਾਂ ਦੀ ਅਗਵਾਈ ਜਿਹੜੀ ਯੋਗ ਹੱਥਾਂ ਵਿੱਚ ਹੈ? ਮੈਂ ਐਮਪੀ ਸਿੰਘ ਜੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਨਾ ਭਾਰਤ ਸਰਕਾਰ ਤੇ, ਨਾ ਪੰਜਾਬ ਦੀ ਸਰਕਾਰ ਤੇ, ਨਾ ਕਿਸੇ ਹੋਰ ਤੇ ਕੋਈ ਵਿਸ਼ਵਾਸ ਨਹੀਂ। ਜੇ ਪੰਜਾਬ ਦੀ ਲੁਕਾਈ ਨੂੰ ਅੱਜ ਵਿਸ਼ਵਾਸ ਆ ਤਾਂ ਕਿਸਾਨ ਜਥੇਬੰਦੀਆਂ ਦੇ, ਇੱਕ ਤਾਂ ਇਹ ਗੱਲ ਹੈ। ਠੀਕ ਹੈ ਜੀ। ਦੂਜੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਕਿਸਾਨੀ ਨੇ ਪਹਿਲ ਕੀਤੀ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਕਿਸਾਨ ਵੀ ਆਪਣੇ ਬਾਰਡਰ ਰੋਕ ਕੇ ਬੈਠ ਕੇ ਉੱਥੇ। ਹਾਂਜੀ। ਇਸ ਕਰਕੇ ਇਹ ਅੰਦੋਲਨ ਆ ਜਿਹੜਾ ਇਹ ਨੈਸ਼ਨਲ ਲੈਵਲ ਤੇ ਵਿਸ਼ਵ ਵਿਆਪੀ ਬਣਿਆ। ਤੀਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇਸ ਅੰਦੋਲਨ ਨੇ ਹਿੰਦੁਸਤਾਨ ਦੇ ਸਾਰੇ ਮੀਡੀਆ ਨੂੰ ਰੱਦ ਕਰਕੇ ਉਹਨਾਂ ਨੇ ਟਰਾਲੀ ਟਾਈਮਜ਼ ਵਰਗੇ ਅਖਬਾਰ ਕੱਢ ਕੇ ਲੋਕਾਂ ਨੂੰ ਕਿਹਾ ਕਿ ਆਹ ਵਾ ਸਾਡੀ ਅਸਲ ਗੱਲ। ਔਰ ਲੋਕ ਉੱਥੇ ਨਾ ਜੋ ਸੋ ਕਾਲਡ ਨੈਸ਼ਨਲ ਮੀਡੀਆ ਹਿੰਦੁਸਤਾਨ ਦਾ, ਪ੍ਰਾਈਵੇਟ ਸੈਕਟਰ ਦਾ, ਉਹਨੂੰ ਵੜਨ ਨਹੀਂ ਦਿੰਦੇ, ਉਹਨੂੰ ਰੱਦ ਕਰ ਦਿੱਤਾ। ਉਹਨਾਂ ਨੇ ਆਪਣੇ ਅਖਬਾਰ ਕੱਢੇ ਆ ਤੇ ਆਪਣੇ ਜਿਹੜੇ ਪੰਜਾਬ ਦੇ ਜੱਟਾਂ ਦੇ, ਗਰੀਬਾਂ ਦੇ ਮੁੰਡੇ ਪੜ੍ਹੇ ਲਿਖੇ ਸੀ, ਉਹਨਾਂ ਨੇ ਆਪਣੇ IT ਸੈੱਲ ਬਣਾ ਕੇ ਉੱਥੋਂ ਸੋਸ਼ਲ ਮੀਡੀਆ ਤੇ ਆਪਣੀਆਂ ਖਬਰਾਂ ਪਾਉਣੀਆਂ, ਆਪਣੇ ਇੰਸਟਾਗ੍ਰਾਮ ਬਣਾ ਕੇ, ਆਪਣੀਆਂ WhatsApp ਬਣਾ ਕੇ ਗਰੁੱਪ ਆਪਣੇ, ਮਤਲਬ ਸੋਸ਼ਲ ਮੀਡੀਆ ਨੂੰ ਇੰਨੀ ਵੱਡੀ ਪੱਧਰ ਤੇ ਵਰਤੇ ਤੇ ਉਹਨਾਂ ਨੇ ਦੱਸ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ 2 ਧਿਰਾਂ ਨੇ। ਇੱਕ ਪਾਸੇ ਸਟੇਟ ਖੜੀ ਆ, ਇੱਕ ਪਾਸੇ ਆਮ ਲਕਾਈ ਖੜੀ ਹੈ ਜਿਹੜੀ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਖੜੀ ਆ।
ਬਹੁਤ ਖੂਬ ਜੀ। ਡਾਕਟਰ ਸਾਹਿਬ, ਇੱਕ ਮੇਰਾ ਸਵਾਲ ਹੈ ਜੀ, ਸ਼ੁਰੂ ਤੋਂ ਹੀ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਤਦ ਤੋਂ ਹੀ ਇਹ ਗੱਲ ਕਹੀ ਜਾਂਦੀ ਆ ਕਿ ਇਹਨਾਂ ਨੂੰ ਅੰਦੋਲਨ ਦੀ ਅਗਵਾਈ ਜਿਹੜੀ ਆ ਇਹਦੇ ਪਿੱਠ ਭੂਮੀ ਦੇ ਉੱਤੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕ ਹੈ, ਜਾਂ ਅਰਬਨ ਨਕਸਲਵਾੜੀ ਲਹਿਰ ਦੇ ਨਾਲ ਜੁੜੇ ਲੋਕ ਹੈ, ਜਾਂ ਫਿਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪਿਛਲੱਗ ਹੋਣ ਦਾ ਦੋਸ਼ ਲਾਇਆ ਜਾਂਦਾ ਰਿਹਾ। ਤੁਸੀਂ ਇਹ ਸਰਕਾਰੀ ਧਿਰਾਂ ਦੇ ਇਹਨਾਂ ਦੋਸ਼ਾਂ ਦੇ ਉੱਤੇ ਕੀ ਵਿਚਾਰ ਦਿੰਦੇ ਹੋ ਆਪਣੇ? ਉਹਦੇ ਚ ਮੇਰਾ ਇੱਕ ਤਾਂ ਵਿਚਾਰ ਇਹ ਹੈ ਜੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਸ ਕਿਸਮ ਦੀ ਅੱਜ ਰਾਜਨੀਤੀ ਤੇ ਰਾਜਸਤਾ ਤੇ ਕਾਬਜ ਲੋਕ ਆ, ਉਹ ਕਾਬਜ ਲੋਕਾਂ ਦੀ ਇੱਕ ਨੀਤੀ ਇਹ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਜਾਂ ਤਾਂ ਧਰਮ ਦੇ ਨਾਂ ਤੇ ਵੰਡ ਲਓ, ਜਾਂ ਜਾਤ ਦੇ ਨਾਂ ਤੇ ਵੰਡ ਲਓ, ਜਾਂ ਵਿਚਾਰ ਦੇ ਨਾਂ ਤੇ ਵੰਡ ਲਓ। ਬਿਲਕੁਲ ਠੀਕ। ਉਹਨਾਂ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਦੋਂ ਲਾਲ ਝੰਡਾ ਦਿਖਿਆ ਤਾਂ ਉਹਨਾਂ ਨੇ ਕਿਹਾ ਵੀ ਇਹ ਨਕਸਲਵਾਦੀ ਆ। ਹਾਂਜੀ। ਜਦੋਂ ਉਹਨਾਂ ਨੇ ਉੱਥੇ ਬੋਲੇ ਸੋਨਿਆਲ ਦਾ ਨਾਰਾ ਸੁਣਿਆ ਤਾਂ ਉਹਨਾਂ ਨੇ ਕਿਹਾ ਇਹ ਖਾਲਿਸਤਾਨੀ ਆ। ਕਿਉਂਕਿ ਹਿੰਦੁਸਤਾਨ ਦੇ ਵਿੱਚ ਇਸੇ ਪਾਰਟੀ ਨੇ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ ਧਰਮ ਦਾ, ਜਾਤ ਦਾ, ਰੰਗ ਦਾ, ਹਰ ਤਰ੍ਹਾਂ ਦਾ ਮੁੱਦਾ ਖੇਡ ਕੇ ਇਹ ਕੰਮ ਕੀਤਾ। ਲੇਕਿਨ ਪੰਜਾਬ ਨੂੰ ਇਹ ਨਾ ਤਾਂ ਖਾਲਿਸਤਾਨੀ ਕਹਿ ਕੇ, ਨਾ ਅਰਬਨ ਨਕਸਲਾਈਟ ਕਹਿ ਕੇ, ਤੇ ਨਾ ਕੁਝ ਹੋਰ ਕਹਿ ਕੇ ਵੰਡ ਸਕੇ। ਤੇ ਅੱਜ ਇਹ ਬਹੁਤ ਖੂਬਸੂਰਤ ਗੱਲ ਆ ਕਿਸਾਨੀ ਅੰਦੋਲਨ ਦੀ। ਇਹ ਕਿਸਾਨ ਅੰਦੋਲਨ ਦੇ ਵਿੱਚ 3 ਮਹੀਨੇ ਪੰਜਾਬ ਚ ਚੱਲਿਆ ਤੇ ਚੌਥਾ ਮਹੀਨਾ ਪੂਰੇ ਦਾ ਪੂਰਾ 27ਵਾਂ 28ਵਾਂ ਦਿਨਾਂ ਤੇ ਦਿੱਲੀ ਚ ਪਿੱਛੇ ਆ। ਉਹ ਆਪਣੀ ਸਟੇਜ ਤੇ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਦਿਖਣ ਦਿੰਦੇ, ਚਾਹੇ ਕਾਂਗਰਸ ਹੋਵੇ ਤੇ ਭਾਵੇਂ ਅਕਾਲੀ ਹੋਵੇ ਤੇ ਭਾਵੇਂ ਕਾਂਗਰਸ ਹੋਵੇ, ਭਾਵੇਂ ਚੁੱਪਾ ਹੋਵੇ। ਹਾਂਜੀ ਹਾਂਜੀ। ਇਸ ਸਾਰੇ ਕੁਝ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕੀਤਾ। ਇਹ ਸਿਰਫ ਬਦਨਾਮ ਤੇ ਪਾੜੋ ਕਰੋ ਦੀ ਰਾਜਨੀਤੀ ਸੀ। ਉਹਦੇ ਚ ਵੀ ਸਰਕਾਰ ਹਿੰਦੁਸਤਾਨ ਦੀ ਫੇਲ ਹੋ ਚੁੱਕੀ ਆ। ਉਹ ਬਾਰ-ਬਾਰ ਕਹਿ ਰਹੇ ਆ ਬਈ ਇਸ ਗੱਲ ਤੋਂ ਸੁਚੇਤ ਹੋ ਜੋ, ਇਹ ਆਪਾਂ ਪਾੜਨ ਦੀ ਗੱਲ ਆ ਤੇ ਆਹ ਵਾ। ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਪਰ ਇੱਕ ਗੱਲ ਮੈਂ ਸਪਸ਼ਟ ਇਹ ਕਰਨੀ ਚਾਹੁੰਦਾ, ਉਹ ਇਹ ਆ, ਇਹਦੇ ਚ ਸਿੱਖ ਵੀ ਆ, ਇਹਦੇ ਚ ਅਲਟਰਾ ਲੈਫਟ ਵੀ ਆ, ਇਹਦੇ ਚ ਲੈਫਟ ਵੀ ਆ, ਇਹਦੇ ਚ ਕਾਂਗਰਸ ਵੀ ਆ, ਇਹਦੇ ਚ ਅਕਾਲੀ ਵੀ ਆ। ਬਿਲਕੁਲ। ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਆ। ਹਾਂਜੀ, ਹਾਂਜੀ, ਵਿਚਾਰਧਾਰਾ ਤਾਂ ਕਿਸੇ ਦੀ ਵੀ ਹੋ ਸਕਦੀ ਹੈ। ਬੀਜੇਪੀ ਨੂੰ ਵਿਚਾਰਧਾਰਾ ਆਪਣੀ ਆਪਣੀਆਂ, ਬੀਜੇਪੀ ਨੂੰ ਛੱਡ ਕੇ ਪੰਜਾਬ ਦਾ ਹਰ ਸੈਕਸ਼ਨ, ਹਰ ਵਿਚਾਰਧਾਰਾ ਰੱਖਣ ਵਾਲਾ ਬੰਦਾ ਉਸ ਵਿੱਚ ਸ਼ਾਮਲ ਆ। ਲੇਕਿਨ ਉਹਨਾਂ ਨੇ ਆਪਣਾ ਝੰਡਾ ਤੇ ਆਪਣਾ ਨਾਰਾ ਤੇ ਆਪਣੀ ਵਿਚਾਰਧਾਰਾ ਪਿੱਛੇ ਰੱਖ ਕੇ ਕਿਸਾਨ ਦੇ ਨਾਲ ਖੜ ਕੇ ਤੇ ਇਸ ਅੰਦੋਲਨ ਦੇ ਵਿੱਚ ਖੜਾ। ਇਸ ਕਰਕੇ ਇਹ ਸਿਰਫ ਬੀਜੇਪੀ ਦੀ ਰਾਜਨੀਤੀ ਆ। ਬਹੁਤ ਖੂਬ ਜੀ। ਡਾਕਟਰ ਸਾਹਿਬ, ਇੱਕ ਜਿਹੜਾ ਮੇਰਾ ਦੂਸਰਾ ਸਵਾਲ ਆਉਂਦਾ ਬਾਰ-ਬਾਰ ਕਿ ਜਦੋਂ ਬੁੱਧੀਜੀਵੀ ਕਿਸੇ ਅੰਦੋਲਨ 'ਚ ਪੈਰ ਰੱਖਦੇ ਆ ਤੇ ਉਹਨਾਂ ਦਾ ਉਹਦੇ ਪਿੱਛੇ ਕਾਰਨ ਹੁੰਦਾ ਕਿ ਉਹਨਾਂ ਨੇ ਇਸ ਅੰਦੋਲਨ ਨੂੰ ਡੂੰਘੇ ਨਜ਼ਰੀਏ ਦੇ ਨਾਲ, ਆਪਣੀ ਬਰੀਕ ਨਜ਼ਰ ਦੇ ਨਾਲ ਇਹਦਾ ਵਿਸ਼ਲੇਸ਼ਣ ਕੀਤਾ ਹੁੰਦਾ। ਤੁਸੀਂ ਬੁੱਧੀਜੀਵੀ, ਤੁਸੀਂ ਲੇਖਕ, ਪੰਜਾਬ ਭਰ ਤੋਂ ਜਿਹੜੇ ਇਸ ਅੰਦੋਲਨ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੋ, ਹਰ ਥਾਂ ਤੇ ਅੱਗੇ ਹੁੰਦੇ ਹੋ ਔਰ ਪੂਰੇ ਦ੍ਰਿੜ ਵਿਸ਼ਵਾਸੀ ਹੋ ਕਿ ਅਸੀਂ ਨਾਲ ਰਹਿਣਾ। ਤੁਸੀਂ ਕੀ ਸਮਝਦੇ ਹੋ ਕਿ ਇਹ ਅੰਦੋਲਨ ਜਿਹੜਾ ਹੈ, ਇਹ ਜੇ ਭਾਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਕਿਸਾਨੀ ਨੇ ਅਗਵਾਈ ਕੀਤੀ, ਪਰ ਅੱਜ ਪੂਰੀ ਲੋਕਾਈ ਦਾ ਅੰਦੋਲਨ ਬਣ ਚੁੱਕਾ। ਇਹਦੇ ਵਿੱਚ ਕਿਹੋ ਜਿਹੀਆਂ ਪ੍ਰਾਪਤੀਆਂ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ? ਮੈਨੂੰ ਜੋ ਲੱਗ ਰਿਹਾ, ਮੈਂ ਗੱਲ ਤੁਹਾਡੀ ਇਸ ਵਿਸ਼ੇ 'ਤੇ ਕੇਂਦਰਿਤ ਕਰਨੀ ਚਾਹੂੰਗਾ ਕਿ ਹੋਰ ਗੱਲਾਂ ਜਿਹੜੀਆਂ ਬਾਅਦ ਵਿੱਚ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਜਿਹੜੇ ਆ ਉਹਨਾਂ ਨੇ ਇਹੋ ਜਿਹੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ, ਇਹੋ ਜਿਹੀ ਸਥਿਤੀ ਉੱਤੇ ਪਹੁੰਚ ਗਏ ਜਦੋਂ ਲੋਕਾਂ ਨੇ ਇਕਜੁੱਟਤਾ ਵੱਲ ਕਦਮ ਵਧਾਏ ਆ। ਨਹੀਂ ਤੇ ਆਮ ਲੋਕ ਲੜਦੇ ਹੀ ਰਹਿੰਦੇ ਸੀ ਆਪਸ ਵਿੱਚ, ਨਿੱਜੀ ਰੰਜਿਸ਼ਾਂ, ਛੋਟੀਆਂ ਗੱਲਾਂ ਤੇ ਉਹਨਾਂ ਦੀਆਂ ਲੜਾਈਆਂ ਝਗੜੇ ਰਹਿੰਦੇ ਸੀ। ਅੱਜ ਸਭ ਕੁਝ ਛੱਡਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ, ਜਿਹਦਾ ਕਿਸੇ ਵੀ ਸਿਆਸੀ ਧਿਰ ਨਾਲ ਸਿੱਧਾ ਕੋਈ ਸੰਬੰਧ ਨਹੀਂ, ਭਾਵੇਂ ਵਿਚਾਰਧਾਰਕ ਤੌਰ ਤੇ ਅਲੱਗ-ਅਲੱਗ ਹੈਗੇ ਆ। ਕੀ ਹਾਂਜੀ, ਬੁੱਧੀਜੀਵੀਆਂ ਦਾ ਨਜ਼ਰੀਆ ਕੀ ਹੈ ਜੀ ਇਹਦੇ ਬਾਰੇ?
ਦੇਖੋ ਉਹਦੇ ਬਾਰੇ ਮੈਂ ਜਿਹੜੀ ਗੱਲ ਕੀਤੀ ਉਹਦੇ ਚ ਮੈਂ ਦੋ ਤਿੰਨ ਛੋਟੇ ਜਵਾਬ ਦੇਣਾ ਚਾਹਾਂ। ਹਾਂਜੀ ਹਾਂਜੀ। ਪਹਿਲਾ ਜਵਾਬ ਤਾਂ ਤੁਸੀਂ ਕਿਹਾ ਵੀ ਬੁੱਧੀਜੀਵੀਆਂ ਬਾਰੇ ਗੱਲ, ਬੁੱਧੀਜੀਵੀਆਂ ਦੇ ਵਿੱਚ ਮੈਂ ਨਾ ਇਹ ਗੱਲ ਕਰਾਂ ਕਿ ਪੰਜਾਬ ਦਾ ਲੇਖਕ ਕਿੱਥੇ ਹੈ, ਕਿਉਂਕਿ ਲੇਖਕ ਬੁੱਧੀਜੀਵੀ ਹੁੰਦਾ। ਹਾਂਜੀ ਹਾਂਜੀ। ਉਹਦੇ ਵਿੱਚ ਮੈਂ ਮੇਰੀ ਸਹਿਮਤੀ ਆਪਣੀ ਥਾਂ ਦੇ ਉੱਤੇ ਆ। ਪੰਜਾਬ ਦਾ ਸਾਡਾ ਸਭ ਤੋਂ ਵੱਡਾ ਸ਼ਾਇਰ ਸਰਜੀਤ ਪਾਤਰ। ਹਾਂਜੀ ਬਿਲਕੁਲ ਜੀ। ਸਰਜੀਤ ਪਾਤਰ ਜਦੋਂ ਦੋ ਵੱਡੀਆਂ ਕਿਤਾਬਾਂ ਲਿਖਦਾ, ਇਹ ਮੇਰੀ ਗੱਲ ਨਾ ਕਿਸਾਨੀ ਦੀ ਨਹੀਂ ਹੈ, ਹਾਂਜੀ ਹਾਂਜੀ, ਪਿੰਡ ਨੂੰ ਬਚਾਉਣ ਦੀ ਹੈ, ਪਿੰਡ ਦੇ ਉੱਜੜ ਜਾਣ ਦੀ ਹੈ। ਜਦੋਂ ਸ਼ੰਭੂ ਬਾਰਡਰ ਨੇ ਸੰਗੀਤ ਪਾਤਰ ਕਰਤਾ ਰਹਿੰਦਾ, ਇਹ ਮੇਲਾ ਹਾਲਾਂਕਿ ਮੇਲਾ ਜਸ਼ਨ ਦਾ ਮੇਲਾ ਨਹੀਂ, ਹਾਂਜੀ ਹਾਂਜੀ, ਸੰਗੀਤ ਪਾਤਰ ਦੇ ਉਸ ਮੇਲੇ ਦੇ ਅੱਗ ਬਲਦੀ ਆ। ਪੰਜਾਬ ਦਾ ਬੰਦਾ ਉਸ ਪਰੰਪਰਾ ਦੇ ਵਿੱਚੋਂ ਜਿਹੜੀਆਂ ਗੁਰੂਆਂ ਨੇ ਦਿੱਤੀਆਂ ਦੁੱਖ ਸੁੱਖ ਸਮਕਾ ਜਾਣੋ ਵਾਲੀ ਗੱਲ, ਉਹਦਾ ਅਵਚੇਤਨ ਇਹ ਪਿਆ ਵਾ। ਇਹ ਪਾਤਰ ਇਹ ਮੇਲਾ ਮੇਲਾ ਦੁੱਖ ਦਾ ਵੀ, ਇਹ ਦੁੱਖ ਦਾ ਮੇਲਾ ਹੈ, ਜਸ਼ਨ ਦਾ ਮੇਲਾ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ ਤੁਸੀਂ ਇਹ ਗੱਲ ਕੀਤੀ ਹੈ, ਦੂਜੀ ਮੈਂ ਜਿਹੜੀ ਗੱਲ ਤੁਸੀਂ ਇਹ ਕੀਤੀ ਹੈ, ਇਹ ਸਾਰੇ ਮਤਲਬ ਮੈਨੂੰ ਕਰ ਰਹੀ ਹੈ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੇ ਚੈਨਲ ਤੇ ਗੱਲ ਕਰ ਰਿਹਾ। ਹਾਂਜੀ ਹਾਂਜੀ। ਇਹ ਹਿੰਦੁਸਤਾਨ ਦੀ ਪਹਿਲੀ ਹਾਂਜੀ ਜਿਹੜੀ ਨੋਨ ਪੋਲੀਟੀਕਲ ਹੋ ਕੇ ਪੋਲੀਟੀਕਲ ਮੂਵਮੈਂਟ ਆ। ਬਿਲਕੁਲ ਜੀ ਬਿਲਕੁਲ, ਇਹ ਇੱਕ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ, ਬਹੁਤ ਵਧੀਆ। ਹਾਂਜੀ ਹਿੰਦੁਸਤਾਨ ਦੀ ਇਹ ਗੱਲ ਕਹਿਣੀ ਚਾਹੁੰਦਾ। ਹਾਂਜੀ ਮੈਂ ਇੱਕ ਗੱਲ ਇਹ ਕਰੀ ਜਾ, ਇਹ ਕਹਿਣੀ ਚਾਹੁੰਦਾ ਕਿ ਬਾਰ ਬਾਰ ਇੱਕ ਗੱਲ ਤੁਸੀਂ ਪੰਜਾਬੀ ਇਹ ਕਰਦੇ, ਪੰਜਾਬੀ ਉਹ ਕਰਦੇ, ਮੈਂ ਨਹੀਂ ਪੰਜਾਬੀ ਉਹ ਕਰਦੇ, ਪੰਜਾਬੀ ਪੰਜਾਬ ਰੰਬਲਾ ਪੰਜਾਬ ਫਲਾਣਾ, ਮੈਂ ਤੁਸੀਂ ਮੈਂ ਜਿਹੜੀ ਇਹਦੀ ਗੱਲ ਕਰਦਾ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਬਾਰ ਬਾਰ ਇਹ ਕਹਿ ਦਿੰਦਾ ਕਿ ਪੰਜਾਬ ਹਮੇਸ਼ਾ ਰਸਤਾ ਦਿਖਾਉਂਦਾ। ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਸੀ ਤਾਂ ਉਹਦਾ ਜਾਂ ਬੰਗਾਲ ਹੁੰਦਾ ਸੀ ਜਾਂ ਪੰਜਾਬ ਹੁੰਦਾ ਸੀ। ਹਾਂਜੀ ਹਾਂਜੀ। ਅੱਜ ਮੈਨੂੰ ਇਹ ਲੱਗਦਾ ਕਿ ਬੰਗਾਲ ਉਹ ਜਿਹੀ ਗੱਲ ਨਹੀਂ ਕਰ ਸਕਿਆ। ਹਾਂਜੀ ਪੰਜਾਬ ਉਹਦੇ ਕੋਲ ਝੰਡੀ ਖੋਹ ਕੇ ਅੱਗੇ ਲੈ ਗਿਆ। ਇਹ ਪੰਜਾਬੀਆਂ ਨੇ ਝੰਡਾ ਚੱਕੇ, ਪੰਜਾਬ ਨੇ ਆਪਣਾ ਰੋਲ ਪਲੇ ਕੀਤਾ। ਭਾਵੇਂ ਕਿਸਾਨੀ ਦਾ ਮੁੱਦਾ ਸੀ, ਨੋ ਪ੍ਰੋਬਲਮ। ਬੁੱਧੀਜੀਵੀ ਜਿਹੜਾ ਉਸ ਬੁੱਧੀਜੀਵੀ ਨੂੰ, ਚਾਹੇ ਪੰਜਾਬ ਦਾ ਡਾਕਟਰ ਸੁੱਚਾ ਸਿੰਘ ਗਹਿਲੋਤ ਇਕੋਨੋਮਿਸਟ, ਚਾਹੇ ਡਾਕਟਰ ਰਣਜੀਤ ਸਿੰਘ ਘੁੰਮਣ ਹੋਵੇ, ਚਾਹੇ ਸਵਰਾਜ ਹੋਵੇ, ਚਾਹੇ ਡਾਕਟਰ ਸੁਖਦੇਵ ਸਿੰਘ ਸਾਥੀ ਦਿੱਲੀ ਦਾ ਜਨਰਲ ਸੈਕਟਰੀ ਹੋਵੇ, ਜਾਂ ਪੰਜਾਬ ਦੇ ਇਸ ਕਿਸਮ ਦੇ ਬੰਦੇ, ਉਹਨਾਂ ਨੇ ਲਗਾਤਾਰ ਲਿਖਿਆ, ਲਗਾਤਾਰ ਲੀਡ ਕੀਤਾ। ਪੰਜਾਬ ਦਾ ਬੁੱਧੀਜੀਵੀ ਬਾਰ ਬਾਰ ਉੱਤੇ ਹਰ ਪੰਜਾਬ ਦਾ ਬੁੱਧੀਜੀਵੀ ਕਿਸਾਨਾਂ ਨੂੰ ਗਾਈਡ ਲਿਖ ਕੇ ਕਰਦਾ, ਪਰ ਅੰਦੋਲਨ ਚ ਕਿਸਾਨਾਂ ਦੇ ਕੋਲ ਪਿੱਛੇ ਬੈਠਦਾ। ਇਹ ਹਾਲਤ ਬਿਲਕੁਲ ਠੀਕ ਹੈ ਜੀ। ਇਹ ਕਿਸਾਨ ਜਿਹੜੀ ਪੰਜਾਬ ਦੇ ਲੇਖਕ ਤੇ ਬੁੱਧੀਜੀਵੀ ਨੇ ਪੰਜਾਬ ਦੇ ਲੇਖਕ ਤੇ ਬੁੱਧੀਜੀਵੀ ਨੇ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਅਸਤ ਕਰ ਲਿਆ। ਮੈਂ ਤੇ ਡਾਕਟਰ ਸੁਖਪਾਲ ਸਿੰਘ ਬਾਰੇ ਇੱਕ ਸੈਮੀਨਾਰ ਚ ਬੋਲੇ ਜਾ ਕੇ। ਹਾਂਜੀ ਹਾਂਜੀ ਹਾਂਜੀ। ਸਾਡੇ ਪਿੱਛੇ। ਹਾਂਜੀ ਬਿਲਕੁਲ ਠੀਕ ਹੈ ਜੀ। ਕਿਉਂਕਿ ਉਹ ਵਿਰੋਧ ਚਾਹੇ ਚ ਬੈਠ ਕੇ ਥਾਣਾ ਤੇ ਬੈਠ ਕੇ ਹੋ ਸਕਦਾ ਸੀ, ਚਾਰ ਦੀਵਾਰੀ ਚ ਬੈਠ ਕੇ ਭਾਸ਼ਣ ਦੇ ਕੇ ਨਹੀਂ ਸੀ ਹੋ ਸਕਦਾ। ਬੁੱਧੀਜੀਵੀ ਆ ਜਿਹੜਾ ਪੰਜਾਬ ਦਾ, ਜਿਹੜਾ ਅਸਲ ਬੁੱਧੀਜੀਵੀ ਆ, ਜਿਹੜਾ ਮਾਨਵਵਾਦੀ ਆ, ਜਿਹੜਾ ਲੋਕ ਪੱਖੀ ਆ, ਉਹ ਕਿਸਾਨਾਂ ਦੇ ਨਾਲ ਆ, ਉਹਦੇ ਅੰਗ ਸੰਗ ਆ। ਉਹਨਾਂ ਨੇ ਇਹਨਾਂ ਫੰਡ ਵੀ ਦਿੱਤਾ, ਹਰ ਤਰ੍ਹਾਂ ਦੀ ਮਦਦ ਕੀਤੀ। ਮੈਂ ਉਹਨਾਂ ਨੂੰ ਫੰਡ ਨਹੀਂ ਕਰਾ ਸਕਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਹਾਂ ਨਹੀਂ ਲੱਗਦਾ। ਹਾਂਜੀ ਹਾਂਜੀ। ਇਹ ਪੰਜਾਬ ਦਾ ਬੁੱਧੀਜੀਵੀ ਨੂੰ ਅੱਜ ਪੰਜਾਬ ਦਾ ਕਿਸਾਨ ਰਾਹ ਦਿਖਾ ਰਿਹਾ। ਬਿਲਕੁਲ ਠੀਕ ਤੁਹਾਡੀ ਗੱਲ ਜੀ। ਇਹ ਡਾਕਟਰ ਸਾਹਿਬ ਇੱਕ ਬਹੁਤ ਭਖਦਾ ਮਸਲਾ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ, ਉਹਦੇ ਵਿੱਚ ਭੁੱਖ ਹੜਤਾਲ ਦੀ ਗੱਲ, ਉਹਦੇ ਵਿੱਚ
ਇਸ ਤਰੀਕੇ ਨਾਲ ਕਿ ਤੁਸੀਂ ਅੱਧਾ ਦਿਨ ਇੱਕ ਡੰਗ ਦੀ ਰੋਟੀ ਨਾ ਖਾਓ, ਇਹੋ ਜਿਹੀਆਂ ਜੋ ਗੱਲਾਂ ਆਉਂਦੀਆਂ, ਅਤੇ ਕੁਝ ਨੌਜਵਾਨ ਜਾਂ ਕੁਝ ਹੋਰ ਲੋਕ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੈ, ਉਹ ਇਹ ਐਕਸਪੈਕਟ ਕਰਦੇ ਆ ਕਿ ਹੁਣ ਅੰਦੋਲਨ ਨੂੰ ਤਿੱਖਾ ਕਰਨਾ ਚਾਹੀਦਾ। ਇਹ ਜਿਹੜੀ ਭੁੱਖ ਹੜਤਾਲ ਵਾਲੀ ਜਿਹੜੀ ਪਰੰਪਰਾ ਹੈ ਹਾਂਜੀ, ਹਾਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ। 5-4 ਘੰਟੇ ਆ ਜਾਂਦੇ ਤੋਂ ਥੋੜੀ ਜਿਹੀ ਉਮਰ ਚ ਚਲੇ ਜਾਂਦਾ, ਫਿਰ ਉਹ ਲਹੂ ਸੋਚਣ ਲੱਗ ਜਾਂਦਾ। ਇਸ ਮਤਲਬ ਲਹੂ ਸੋਚਦਾ ਨਹੀਂ, ਲਹੂ ਜੋਸ਼ ਮਾਰਦਾ। ਹਾਂਜੀ ਹਾਂਜੀ ਬਿਲਕੁਲ। ਨੌਜਵਾਨ ਹੁਣ ਬਹੁਤ ਸਿਆਣੇ ਹੋ ਗਏ ਆ, ਉਹਨੇ ਸਿਆਣੇ ਹੋ ਗਿਆ, ਉਹਨੂੰ ਇਹ ਪਤਾ ਲੱਗਿਆ ਕਿ ਤੁਸੀਂ ਜੇ ਅੰਦੋਲਨ ਦੀ ਤਰਤੀਬ ਦੇਖੋ ਨਾ, ਹਾਂਜੀ, ਤਾਂ ਜਦੋਂ ਸ਼ੰਭੂ ਬਾਰਡਰ ਪਾਰ ਕਰਨਾ ਸੀ ਤਾਂ ਬਜ਼ੁਰਗਾਂ ਨੇ ਨੌਜਵਾਨਾਂ ਨੂੰ ਮੂਹਰੇ ਕਰ ਦਿੱਤਾ ਵੀ ਇਹ ਜਿਹੜੀਆਂ ਰੋਕਾਂ ਲਾਈਆਂ ਨੂੰ ਪਾਰ ਕਰੋ। ਹਾਂਜੀ ਬਿਲਕੁਲ ਬਿਲਕੁਲ। ਉਹਨਾਂ ਨੇ ਪਰੇ ਕਰ ਦਿੱਤੇ। ਜਦੋਂ ਨੌਜਵਾਨਾਂ ਨੇ ਪਾਰ ਕਰ ਦਿੱਤੀਆਂ ਤੇ ਬਜ਼ੁਰਗ ਅੱਗੇ ਆ ਗਏ, ਨੌਜਵਾਨ ਪਿੱਛੇ ਸੀ। ਉੱਥੇ ਸਿੰਘੂ ਬਾਰਡਰ ਤੱਕ ਪਹੁੰਚ ਗਏ। ਸਿੰਘੂ ਬਾਰਡਰ ਚ ਤੁਹਾਨੂੰ ਬਜ਼ੁਰਗ ਦਿਖਾਈ ਦੇਣਗੇ, ਨੌਜਵਾਨ ਪਿੱਛੇ ਕੰਮ ਕਰਦੇ ਦਿਖਾਈ ਦੇਣਗੇ। ਮੈਂ ਤਾਂ ਹੀ ਕਹਿੰਦਾ ਕਿ ਇਹ ਮੂਵਮੈਂਟ ਦੁਨੀਆ ਦੇ ਇਤਿਹਾਸ ਨੂੰ ਸਬਕ ਸਿਖਾਏਗੀ। ਮੈਂ ਇਹ ਕਹਿਣਾ ਚਾਹੁੰਦਾ। ਹਾਂਜੀ 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 ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਨੌਜਵਾਨ ਹੁੰਦੇ ਤਾਂ ਕਦੇ ਵੀ ਫੌਜ ਨੂੰ ਪੁਲਿਸ ਨੂੰ ਕੋਈ ਵੀ ਲਾਈ ਹੁੰਦੀ, ਉਹਨਾਂ ਦੇ ਗਲ ਚ ਹੱਥ ਪਾ ਦਿਓ। ਨੌਜਵਾਨਾਂ ਨੂੰ ਹੁਣ ਤੁਸੀਂ ਟਿਕੇ ਰਹੋ, ਅਸੀਂ ਇਹ ਕੰਮ ਕਰਦੇ ਹਾਂ। ਮੈਨੂੰ ਨੀ ਪਤਾ ਤੁਹਾਡੇ ਕੋਲ ਕਿਸ ਦੀਆਂ ਖਬਰਾਂ ਹੋਣ, ਇਹਨਾਂ ਦੇ ਵਿੱਚ ਜਿਹੜੇ ਨੌਜਵਾਨ ਵਾਪਸ ਭੇਜਦੇ ਤੇ ਵੀ ਜਾ ਕੇ ਤੁਸੀਂ ਕਣਕ ਬੀਜੋ, ਆਪਣੀ ਵੀ ਕਣਕ ਬੀਜ ਰਿਹਾ, ਵਿਰੋਧੀ ਦੀ ਵੀ ਕਣਕ ਬੀਜ ਰਿਹਾ, ਦੂਜੇ ਦੀ ਵੀ ਬੀਜ ਰਿਹਾ, ਤੇ ਉਹਨਾਂ ਨੂੰ ਇਹ ਕਹਿ ਰਿਹਾ ਤੁਸੀਂ ਇੱਥੇ ਰਹੋ। ਇਹ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਦੋਸਤ ਹਾਂ ਹਾਂਜੀ। ਇਹ ਡਾਕਟਰ ਸਾਹਿਬ, ਸਭ ਤੋਂ ਅਖੀਰਲਾ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ। ਆਮ ਤੌਰ 'ਤੇ ਲੇਖਕ ਵੀ ਵੱਖਰੇ ਵੱਖਰੇ ਧੜਿਆਂ 'ਚ ਵੰਡੇ ਹੋਏ ਆ, ਠੀਕ ਹੈ ਜੀ। ਪੰਜਾਬ ਦੇ ਵਿੱਚ ਹੀ ਪੰਜਾਬੀ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਹੈਗੀ ਆ, ਉਹ ਵੀ 2 ਹਿੱਸਿਆਂ 'ਚ ਵੰਡੀ ਹੋਈ ਆ। ਹੋਰ ਵੀ ਕੁਛ ਲੇਖਕ ਜਥੇਬੰਦੀਆਂ ਹੈਗੀਆਂ। ਤੁਸੀਂ ਸਾਰਿਆਂ ਨੇ ਆਪਣੇ ਆਪਣੇ ਧਿਰਾਂ ਦੇ ਝੰਡੇ ਲੈ ਕੇ ਇਸ ਅੰਦੋਲਨ ਵਿੱਚ ਸ਼ਿਰਕਤ ਕੀਤੀ ਆ, ਜਾਂ ਕਿ ਤੁਸੀਂ ਲੇਖਕ ਦੇ ਤੌਰ 'ਤੇ ਸਮੁੱਚੇ ਲੇਖਕ ਭਾਈਚਾਰੇ ਦੇ ਤੌਰ 'ਤੇ, ਭਾਵੇਂ ਉਹਦੇ ਵਿੱਚ ਨਾਟਕ ਕਰਨ ਵਾਲੀਆਂ ਟੀਮਾਂ ਵਿੱਚ ਹੋਣ, ਭਾਵੇਂ ਉਹਦੇ ਵਿੱਚ ਗੀਤਕਾਰ ਹੋਣ, ਭਾਵੇਂ ਸੰਗੀਤਕਾਰ ਹੋਣ, ਭਾਵੇਂ ਉਹ ਕਵਿਤਾ ਲਿਖਦੇ ਆ, ਭਾਵੇਂ ਉਹ ਆਲੋਚਨਾ ਦੀਆਂ ਕਿਤਾਬਾਂ ਲਿਖਦੇ ਆ, ਜਾਂ ਉਹ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਵਿੱਚ ਤੁਹਾਡੇ ਵਾਂਗੂ ਟੀਚਰ ਹੈ, ਅਗਵਾਈ ਕਰਦੇ ਆ ਵਿਦਿਆਰਥੀਆਂ ਦੀ, ਤੁਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਸ ਤਰੀਕੇ ਨਾਲ ਸ਼ਮੂਲੀਅਤ ਕੀਤੀ ਕਿ ਅਜੇ ਵੀ ਲੇਖਕਾਂ ਦੀ ਆਪਸੀ ਜਿਹੜੀ ਖਿੱਚੋਤਾਣ ਹੁੰਦੀ ਆ ਕਿ ਉਹ ਜਥੇਬੰਦੀ ਗਈ ਆ ਤੇ ਹੁਣ ਅਸੀਂ ਨਹੀਂ ਜਾਣਾ, ਜੇ ਅਸੀਂ ਜਾਵਾਂਗੇ ਤੇ ਉਹ ਨਾ ਆਉਣ, ਇਹੋ ਜਿਹੀ ਗੱਲ? ਉਹਦੇ ਚ ਇੱਕ ਗੱਲ ਸਿੰਘ ਜੀ, ਮੈਂ ਕਹਿੰਦਾ ਹੁਣ ਮੈਂ ਨਹੀਂ ਹਾਂ, ਲੇਕਿਨ ਹੁਣ ਮੈਂ ਮੈਂਬਰ ਹਾਂ। ਮੈਂ ਇਸੇ ਕੇਂਦਰੀ ਲੇਖਕ ਸਭਾ ਦਾ 2008 ਤੋਂ 10 ਤੱਕ ਜਿੰਨਾ ਸਕੱਤਰ ਰਿਹਾ। 2016 ਤੋਂ ਲੈ ਕੇ 2019 ਤੱਕ ਇਸੇ ਕੇਂਦਰੀ ਲੇਖਕ ਸਭਾ ਦਾ ਪ੍ਰਧਾਨ ਰਿਹਾ। ਠੀਕ ਹੈ ਜੀ। ਹਰ ਸੰਸਥਾ ਦੇ ਵਿੱਚ ਚਲੋ ਕਿਤੇ ਮਾੜੇ ਮੋਟੇ ਇਖਤਲਾਫ ਹੁੰਦੀਆਂ, ਇਹ ਸੰਸਥਾ ਇੱਕ ਐਸਾ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜਦੋਂ ਇਹ ਸੰਸਥਾ ਵਿੱਚ ਫੈਸਲਾ ਹੋ ਜਾਂਦਾ ਫਿਰ ਆਪਸੀ ਗੁੱਟ ਦੇ ਵਿਰੋਧਾਂ ਦਾ ਕੋਈ ਹੱਕ ਨਹੀਂ ਰਹਿੰਦਾ। ਪਰ ਇਸਦੇ ਬਾਬਲ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ, ਉਹ ਇਹ ਕਹਿਣੀ ਚਾਹੁੰਦਾ ਕਿ ਪੰਜਾਬ ਨੇ ਪੰਜਾਬ ਦੀਆਂ ਹਰ ਜਥੇਬੰਦੀਆਂ ਨੂੰ ਇੱਕ ਸੁਨੇਹਾ ਵੀ ਦਿੱਤਾ ਕਿ ਆਪਣੇ ਗੁੱਟ, ਆਪਣੇ ਵਿਚਾਰ ਆਪਣੀ ਥਾਂ ਤੇ ਰੱਖੋ। ਆਹ ਚੀਜ਼ ਆ ਜਿਹੜੀ ਇੰਪੋਰਟੈਂਟ ਆ। ਬਿਲਕੁਲ ਜੀ। ਪਰ ਪੰਜਾਬ ਦੇ ਲੇਖਕ ਪਹਿਲੇ ਹੀ ਇੱਕ ਮੰਚ ਦੇ ਉੱਤੇ ਸੀ, ਮੇਰਾ ਵਿਚਾਰ ਹੋ ਸਕਦਾ, ਮੈਂ ਵਿਰੋਧ ਕਰ ਸਕਦਾ, ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪੰਜਾਬ ਦੇ ਲੇਖਕ ਫੈਸਲਾ ਲੈਂਦੇ ਆ, ਮੈਂ ਵਿਰੋਧ ਦੇ ਬਾਵਜੂਦ ਵੀ ਉਸ ਫੈਸਲੇ ਨੂੰ ਮੰਨਣ ਲਈ ਸਵੀਕਾਰ ਹੋਣਾ। ਇਹ ਪੰਜਾਬ ਦੇ ਲੇਖਕਾਂ ਦੀ ਤੇ ਪੰਜਾਬ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਬਹੁਤ ਵੱਡੀ ਟ੍ਰੈਡੀਸ਼ਨ ਤੇ ਪ੍ਰਾਪਤੀ ਆ। ਬਹੁਤ ਵੱਡੀ ਗੱਲ ਹੈ। ਹਾਂਜੀ ਠੀਕ ਹੈ। ਆਪਣੇ ਵਿਚਾਰ ਆਪਣੇ ਕੇਂਦਰੀ ਲੇਖਕ ਸਭਾ ਦੇ ਵਿੱਚ 50 ਗੁੱਟ ਹੋ ਜਾਣ, ਲੇਕਿਨ ਇਸ ਮਸਲੇ ਤੇ ਕੋਈ ਉਹ ਨਹੀਂ, ਉਹ ਜਿੱਥੇ ਉੱਥੇ ਉੱਥੇ ਆਪਣੀ ਤਾਕਤ ਨਾਲ ਧਰਨਿਆਂ ਚ, ਮੁਜ਼ਾਹਰਿਆਂ ਚ, ਆਰਥਿਕ ਤੌਰ ਤੇ ਹਰ ਤਰ੍ਹਾਂ ਦਾ ਮਦਦ ਕਰਨਾ ਇੱਕ ਛੋਟੀ ਜਿਹੀ ਘਰ ਬਣੀ ਉੱਥੇ। ਲੇਖਕ ਕਿੰਨੇ ਹੁੰਦੇ ਆ ਤੁਹਾਨੂੰ ਪਤਾ ਹੀ ਆ। ਹਾਂਜੀ ਹਾਂਜੀ। ਅਸੀਂ ਪੰਜਾਬ ਦੇ ਲੇਖਕਾਂ ਵੱਲੋਂ ਹੁਣ ਤੱਕ ਇਸ
ਕੇਂਦਰੀ ਲੇਖਕ ਸਭਾ ਪ੍ਰਗਤੀਸ਼ੀਲ ਲੇਖਕ ਸਨ। ਇਹਨਾਂ 4 ਲੱਖ ਰੁਪਈਆ ਫਾਈਨੈਂਸ਼ੀਅਲੀ ਲੇਖਕਾਂ ਵੱਲੋਂ ਇਕੱਠਾ ਕਰਕੇ ਦਿੱਤਾ। ਅਸੀਂ 31 ਨੂੰ ਫੇਰ ਜਾ ਰਹੇ ਹਾਂ 2 ਲੱਖ ਰੁਪਇਆ ਲੈ ਕੇ ਲੋਕਾਂ ਕੋਲ ਤੇ ਲੇਖਕਾਂ ਤੋਂ ਇਕੱਠਾ ਕਰਕੇ। ਔਰ ਅਸੀਂ 100 ਲੇਖਕ ਚੰਡੀਗੜ੍ਹ ਦੇ ਵਿੱਚੋਂ ਜਾ ਰਹੇ ਹਾਂ। ਠੀਕ ਹੈ ਜੀ, ਠੀਕ ਹੈ ਡਾਕਟਰ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ। ਹਾਂਜੀ, ਤੁਹਾਡੀ ਦੋਸਤਾਂ ਦਾ ਸਹਿਯੋਗ ਹੈ, ਸਾਡੀ ਗੱਲ ਦੂਰ ਤੱਕ ਪਹੁੰਚੇ। ਅਸੀਂ ਕਿਸੇ ਨੂੰ ਕੋਈ ਨਹੀਂ ਮੰਗਦੇ, ਅਸੀਂ ਆਪਣੀ ਕਰਨ ਲਈਆਂ, ਪਰ ਪੰਜਾਬ ਦੇ ਕਿਸਾਨਾਂ ਨੇ ਸਾਰੇ ਲੋਕਾਂ ਨੇ ਇੱਕ ਸੰਦੇਸ਼ ਜਿਹੜਾ ਦਿੱਤਾ, ਉਹ ਸੰਦੇਸ਼ ਕੇਂਦਰੀ ਲੇਖਕ ਸਭਾ ਦੇ ਉੱਤੇ ਵੀ ਨਹੀਂ ਲਾਗੂ ਹੋਇਆ। ਠੀਕ ਹੈ ਜੀ ਡਾਕਟਰ ਸਰਬਜੀਤ ਜੀ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਤੁਸੀਂ ਸਮਾਂ ਕੱਢਿਆ ਔਰ ਵਾਇਸ ਆਫ ਇੰਡੀਆ ਦੇ ਇਸ ਪ੍ਰੋਗਰਾਮ ਦੇ ਵਿੱਚ ਖੁੱਲ੍ਹੀਆਂ ਗੱਲਾਂ ਕੀਤੀਆਂ, ਖੁੱਲ੍ਹੇ ਵਿਚਾਰ ਦਿੱਤੇ। ਔਰ ਸਭ ਤੋਂ ਵੱਡੀ ਸਾਡੇ ਹੌਸਲੇ ਵਾਲੀ ਗੱਲ ਹੈ ਸਾਡੇ ਲਈ ਕਿ ਤੁਸੀਂ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਦੇ ਇਸ ਅੰਦੋਲਨ ਦੇ ਨਾਲ ਜੁੜੇ ਹੋ, ਜਿਹਦੇ ਵਿੱਚ ਸਿਰਫ ਕਿਸਾਨ ਨਹੀਂ ਸਗੋਂ ਸਾਰੇ ਲੋਕ, ਆਮ ਜਨਤਾ ਸ਼ਾਮਲ ਹੈ। ਔਰ ਤੁਸੀਂ ਬੁੱਧੀਜੀਵੀ ਹੋਣ ਦੇ ਨਾਤੇ ਇਹਦੇ ਵਿੱਚ ਆਪਣਾ ਯੋਗ ਹਿੱਸਾ ਵੀ ਪਾ ਰਹੇ ਹੋ ਔਰ ਕਿਤੇ ਨਾ ਕਿਤੇ ਅਗਵਾਈ ਵੀ ਕਰ ਰਹੇ ਹੋ। ਸਾਡੀਆਂ ਸ਼ੁਭ ਸ਼ਾਮਾਂ ਤੁਹਾਡੇ ਨਾਲ ਹੈ ਜੀ, ਕਿਸਾਨੀ ਅੰਦੋਲਨ ਦੇ ਨਾਲ ਹੈ। ਇਸ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਹਰ ਬਸ਼ਰ ਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕੋਲੋਂ ਹੋਰ ਜਾਣਕਾਰੀ ਲੈਂਦੇ ਰਵਾਂਗੇ ਜੀ। ਤਦ ਤੱਕ ਮੈਂ ਸਮਝਦਾ ਕਿਸਾਨ ਤੁਹਾਡਾ ਦੁਬਾਰਾ ਧੰਨਵਾਦ ਕਰਾਂ ਜੀ। ਨਿਆਂ ਚਾਹੁਣ ਵਾਲਿਆਂ ਲੋਕਾਂ ਨੂੰ, ਧਿਰਾਂ ਨੂੰ, ਵਿਅਕਤੀਆਂ ਨੂੰ ਬੱਚੇ ਇੰਨੀ ਅਪੀਲ ਹੈ ਤੇ ਜਿੱਥੇ ਵੀ ਨਿਆਂ ਖਿਲਾਫ ਆਵਾਜ਼ ਤੇ ਆਪਣੀ ਆਵਾਜ਼। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ।